जी अस्सलाम वालेकुम मेरे दोस्तों दोस्तों आपको दोस्तों के साथ जावेद हाजिर खिदमत हूँ एनजे ड्रीम टीवी के प्लेटफॉर्म से। दोस्तों 6 जज बात वही चल रही है हर जगह पे। जब भी आप कोई भी मीडिया खोलते हैं, कोई भी तबसरा सुनते हैं, खबरनामा खोलते हैं, तो आपको आजकल 6 जज मिल रहे हैं और 6 जज उन्होंने खूब धूम मचाई हुई है। हम भी थोड़ी सी बात करेंगे, अगर आप इजाजत दें तो पंजाबी में बात करते हैं, आसान सी जुबान में, जो बहुत सारे लोग पंजाबी सुनने वाले वो भी समझ जाएंगे। तो दोस्तों गल ऐसा ही है, 6 जज इन्होंने कितना की है। पहली गल तो यह समझने की कोशिश करो कि इन्होंने अपने आप से खुदकश हमला कर दिया। अगर इस मुल्क के असूल ते कानून ते आइन की हुक्मरानी होवे ते ਇਹ ਜਿਹੜੇ ਜੱਜ ਹੈਗੇ ਨੇ ਹੁਣ ਕੋਈ ਫੈਸਲਾ ਨਹੀਂ ਕਰਨ ਜੋਗੇ ਰਹਿ ਗਏ। ਅਗਰ ਇਹ ਕੋਈ ਵੀ ਐਸਾ ਫੈਸਲਾ ਕਰਨ ਜਿਹੜਾ ਕਿ ਪੀਟੀਆਈ ਦੇ ਹੱਕ 'ਚ ਜਾਏਗਾ ਤੇ ਉਹ ਕਿਹਾ ਜਾਏਗਾ ਕਿ ਮੇਰੀ ਭੁਗਤ ਤੇ ਜਾਂ ਪ੍ਰੈਸ਼ਰ ਦੇ ਚੱਲ ਗਿਆ, ਜਾਂ ਉਹਦੇ ਖਿਲਾਫ ਹੋਏਗਾ ਤਾਂ ਫਿਰ ਵੀ ਇਹ ਦੋ ਗੱਲਾਂ ਹੋਣਗੀਆਂ। ਲਿਹਾਜ਼ਾ ਜੱਜ ਰਹਿਣ ਦੇ ਕਾਬਿਲ ਨਹੀਂ ਰਹਿ ਗਏ। ਇਹਨਾਂ ਨੇ ਹਮਲਾ ਆਪਣੇ ਆਪ ਤੇ ਕਰ ਦਿੱਤਾ। ਪਹਿਲੀ ਗੱਲ ਹੋ ਗਈ। ਹੁਣ ਦੂਸਰੀ ਗੱਲ ਕਰਨੇ। ਦੂਸਰੀ ਗੱਲ ਹੈ ਕਿ ਕਹਿ ਕੀ ਰਹੇ ਨੇ, ਇਹ ਅੱਧੀਆਂ ਉਹ ਗੱਲਾਂ ਕਹਿ ਰਹੇ ਨੇ ਜਿਹੜੀ ਇਮਰਾਨ ਖਾਨ ਕਹਿੰਦਾ, ਤੇ ਅੱਧੀਆਂ ਉਹ ਗੱਲਾਂ ਕਹਿ ਰਹੇ ਨੇ ਸ਼ੌਕਤ ਅਜ਼ੀਜ਼ ਸਿੱਦੀਕੀ ਸਾਹਿਬ ਨੇ ਕਹੀਆਂ ਸੀ। ਸ਼ੌਕਤ ਅਜ਼ੀਜ਼ ਸਿੱਦੀਕੀ ਸਾਹਿਬ ਦੀਆਂ ਗੱਲਾਂ ਇਸ ਵਾਸਤੇ ਕਹਿ ਰਹੇ ਨੇ, ਉਹਨਾਂ ਦੇ ਮੂੰਹ ਦੀ ਗੱਲਾਂ ਤਾਂ ਕਿ ਆਪਣੀ ਗੱਲ ਦੇ ਵਜ਼ਨ ਪਾਉਣ ਵਾਸਤੇ। ਅਸਲ ਵਿੱਚ ਇਹਨਾਂ ਨੇ ਇਹ ਜਿਹੜੀ ਤੁਹਾਨੂੰ ਗੱਲਾਂ ਕਰ ਰਹੇ ਨੇ ਉਹ ਉਹੀ ਕਰ ਰਹੇ ਨੇ ਜਿਹੜੀਆਂ ਇਮਰਾਨ ਖਾਨ ਕਹਿੰਦਾ ਹੈ। ਤੁਸੀਂ ਗੌਰ ਕਰਕੇ ਦੇਖੋ, ਜਦੋਂ ਦਾ ਇਮਰਾਨ ਖਾਨ ਉਤਰਿਆ ਆਪਣੀ ਸੀਟ ਤੋਂ, ਉਹਨੂੰ ਚਪੇੜਾ ਮਾਰ ਕੇ ਲਾਇਆ ਗਿਆ ਸੀ, ਤੇ ਚਪੇੜਾ ਖਾਨ ਤੋਂ ਬਾਅਦ ਦਾ ਇੱਕੋ ਹੀ ਰੌਲਾ ਪਾ ਰਿਹਾ ਕਿ ਫਲਾਣਾ ਡਰਟੀ ਹੈਰੀ, ਫਲਾਣਾ ਇਸ ਤਰ੍ਹਾਂ, ਫਲਾਣਾ ਇਸ ਤਰ੍ਹਾਂ। ਆਸਮ ਮਨੀਰ ਸਾਹਿਬ ਦੇ ਬਾਰੇ ਉਹਨੇ ਨਾ ਸਿਰਫ ਉਹ ਟ੍ਰੋਲਿੰਗ ਕੀਤੀ ਤੇ ਕਰ ਰਹੇ ਨੇ, ਬਲਕਿ ਆਸਮ ਮਨੀਰ ਸਾਹਿਬ ਦੇ ਖਿਲਾਫ ਤੇ ਉਹਨਾਂ ਨੇ ਲੌਂਗ ਮਾਰਚ ਵੀ ਕਰਤਾ ਸੀ ਉਹਨਾਂ ਦੀ ਤਕਰੀਰ ਦੇ ਖਿਲਾਫ। ਤੇ ਇਹ ਜਿਹੜੀ ਇਬਾਰਤ 6 ਜਜਾਂ ਨੇ ਲਿਖੀ ਹੈ, ਐਂਡ ਆਫ ਦ ਡੇ ਇਹ ਵੀ ਆਸਮ ਮਨੀਰ ਸਾਹਿਬ ਤੇ ਜਾ ਰਹੀ ਹੈ, ਅਦਾਰਿਆਂ ਤੇ ਜਾ ਰਹੀ ਹੈ। ਉਧਰਲੀ ਸਾਈਡ ਤੇ ਉਹੀ ਗੱਲਾਂ ਕਹਿ ਰਹੀ ਹੈ ਇਹ ਇਬਾਰਤ ਜਿਹੜੀ ਕਿ ਇਮਰਾਨ ਖਾਨ ਕਹਿੰਦਾ। ਦੂਸਰੀ ਗੱਲ ਇਹ ਵੀ ਜ਼ੇਨੀ ਰੱਖੋ ਕਿ ਸ਼ੌਕਤ ਅਜ਼ੀਜ਼ ਸਾਹਿਬ ਦੀ ਜਿਹੜੀ ਗੱਲਾਂ ਗਈਆਂ ਸੀ ਉਹ ਜਦੋਂ ਕਹੀਆਂ ਸੀ ਸ਼ੌਕਤ ਅਜ਼ੀਜ਼ ਸਾਹਿਬ ਨੇ, ਤੇ ਉਦੋਂ ਦਾ ਤੁਸੀਂ ਮੀਡੀਆ ਖੋਲ ਕੇ ਦੇਖੋ, ਇਮਰਾਨ ਖਾਨ ਦਾ ਸਾਰਾ ਮੀਡੀਆ ਟ੍ਰੋਲਿੰਗ ਕਰਨ ਲੱਗ ਪਿਆ ਸੀ ਉਹਨਾਂ ਦੇ ਖਿਲਾਫ। ਤੇ ਅੱਜ ਜਦੋਂ ਇਹਨਾਂ ਨੇ ਉਹ ਗੱਲਾਂ ਕਹੀਆਂ ਨੇ, ਤੁਸੀਂ ਗੌਰ ਕਰਕੇ ਦੇਖੋ ਕਿ ਪਹਿਲੇ ਹੀ ਜਿਸ ਤਰ੍ਹਾਂ ਟਵੀਟ ਪਹਿਲੇ ਰੈਡੀ ਪਏ ਸੀ, ਪੋਸਟਾਂ ਪਹਿਲੇ ਰੈਡੀ ਪਈਆਂ ਸੀ, ਹਰ ਚੀਜ਼ ਰੈਡੀ ਪਈ ਸੀ। ਤੁਸੀਂ ਟਾਈਮਿੰਗ ਚੈੱਕ ਕਰ ਲਓ, ਇੰਜ ਲੈਟਰ ਬਾਹਰ ਆਇਆ ਜੇ, ਇੰਜ ਸਾਰੇ ਟਵੀਟ ਬਾਹਰ ਆ ਗਏ ਨੇ, ਇੰਜ ਟ੍ਰੋਲਿੰਗ ਸਾਰੀ ਸ਼ੁਰੂ ਹੋ ਗਈ ਹੈ, ਇੰਜ ਸਾਰਾ ਰੌਲਾ ਪੈ ਗਿਆ। ਰੌਲਾ ਹੀ ਰੌਲਾ, ਹਰ ਪਾਸੇ ਰੌਲਾ ਜੱਜਾਂ ਦਾ ਪਿਆ ਹੈ। ਇਹ ਵੀ ਗੱਲ ਗੌਰ ਕਰੋ, ਉਹ ਕਿਹੜੇ ਪਾਸੋਂ ਆਈ ਹੈ। ਇਹ ਤਾਂ ਤੁਹਾਨੂੰ ਸਮਝ ਲੱਗੀ ਗਈ ਕਿ ਉਹਨਾਂ ਇਸ ਗੱਲ ਤੋਂ ਕਿ ਕਿਹੜੇ ਪਾਸੋਂ ਆਇਆ ਸਾਰਾ ਕੁਛ। ਇਹ ਉਧਰੋਂ ਆਇਆ ਜਿੱਧਰੋਂ ਸਾਰੇ ਮੁਲਕ ਦੁਸ਼ਮਣ ਅਟੈਕ ਜਿੱਧਰੋਂ ਆ ਰਹੇ ਨੇ, ਉਧਰੋਂ ਆਇਆ। ਮੇਰੇ ਦੋਸਤੋ ਕਿਉਂ ਕਹਿ ਰਹੇ ਕਿ ਉਧਰੋਂ ਆਇਆ? ਉਹਦੇ ਵਿੱਚ ਹੈਗੀ ਕਿ ਉਹਦੇ ਵਿੱਚ ਲਿਖਿਆ ਹੀ ਸਭ ਕੁਛ ਉਹ ਆਇਆ ਜੋ ਉਹ ਕਦੋਂ ਦਾ ਬਕਦੇ ਪਏ ਨੇ। ਉਹਦੇ 'ਚ ਟ੍ਰੋਲਿੰਗ ਦਾ ਦੇਖੋ ਟਾਈਮਿੰਗ ਕੈਸੀ ਸੈੱਟ, ਟਾਈਮਿੰਗ ਤੋਂ ਫੜਿਆ ਗਿਆ ਸਾਰਾ ਕੁਛ। ਉਹਦੇ ਵਿੱਚ ਇਸ ਟਾਈਮ ਤੇ ਲਿਖਣਾ, ਇਸ ਚੀਜ਼ ਦੀ ਟਾਈਮਿੰਗ ਵੀ ਦੱਸ ਰਹੀ ਕਿ ਕਿੱਧਰੋਂ ਆਇਆ। ਉਧਰੋਂ ਤੁਹਾਨੂੰ ਪਤਾ ਹੈ ਇੱਕ ਪ੍ਰਿੰਸੀਪਲ ਦੀ ਤਰਫੋਂ, ਉਧਰੋਂ ਹਰ ਪਾਸੇ ਜਿਹਨੇ ਵੀ ਮਹਿਕਮੇ ਦੇ ਮਿਰਾਂਡੋ ਸਰਕਾਰ ਦੇ ਆਲੂ ਗੁੱਸੇ ਸੀ, ਉਹ ਐਸੇ ਟਾਈਮ ਵਾਸਤੇ ਗੁੱਸੇ ਸੀ ਕਿ ਉਹਨਾਂ ਨੇ ਕਿਸੇ ਟਾਈਮ ਵੀ ਉੱਠ ਕੇ ਕੰਮ ਪਾ ਦੇਣਾ ਸੀ। ਇਹ ਹਾਲੀ ਸਿਰਫ 6 ਜਜ ਨੇ। ਤੁਸੀਂ ਇਸ ਚੀਜ਼ ਤੇ ਵੀ ਗੌਰ ਕਰਨਾ ਕਿ ਜਿੱਥੇ ਜਿੱਥੇ ਉਹਨਾਂ ਨੂੰ ਰਿਲੀਫ ਮਿਲੇ ਨਾ, ਉੱਥੇ ਮਿਰਾਂਡੋ ਤੱਕ ਕਾਦੇ ਨੂੰ ਜੱਜ ਜਿਹੜੇ ਨੇ ਉੱਥੇ ਉਹ ਵੀ ਹਾਲੀ ਬੋਲਣਗੇ। ਹਾਲੀ ਸਿਰਫ ਇੱਕੋ ਹੀ ਕੋਰਟ ਬੋਲੀ, ਹਾਲੀ ਬੜੇ ਕੋਰਟਾਂ ਬੋਲਣਗੀਆਂ। ਇਹ ਬਾਹਰ ਇੰਟਰਨੈਸ਼ਨਲ ਸਿਸਟਮ ਸੈੱਟ ਕਰ ਰਹੇ ਨੇ। ਚਲੋ ਇਹ ਜੱਜ ਵੀ ਬੋਲੇ, ਫਲਾਣਾ ਵੀ ਬੋਲਿਆ, ਸਾਡੀ ਕਿਤੇ ਸੁਣਵਾਈ ਨਹੀਂ ਗਈ। ਇਹ ਬਾਹਰ ਦੀ ਹੁਕੂਮਤਾਂ ਵਾਸਤੇ ਸਾਰਾ ਕੁਛ ਹੋ ਰਿਹਾ, ਤੁਹਾਡਾ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ। ਹੁਣ ਮੇਰੇ ਦੋਸਤੋ ਇਸ ਗੱਲ ਤੇ ਵੀ ਗੌਰ ਕਰੋ ਕਿ ਪਿੱਛੇ ਇਹ ਜਿਹੜੇ ਜੱਜ ਸਾਹਿਬ ਨੇ ਜੋ ਕੁਛ ਲਿਖਿਆ ਹੈ, 6 ਜਜਾਂ ਨੇ, ਇਹਨਾਂ ਨੇ 2023 ਦੇ ਸਾਰੇ ਵਾਕਿਆ ਲਿਖੇ ਨੇ, ਇਹ ਜਾ ਰਹੇ 2024। ਹੁਣ ਪਹਿਲੀ ਗੱਲ ਤਾਂ ਹੈਗੀ ਕਿ ਵੀ 2023 ਦਾ ਜਿਹੜਾ ਕੰਮ ਹੈਗਾ ਨੇ ਉਹ 2024 ਕੋ ਯਾਦ ਆਏ ਨੇ। ਦੂਸਰੀ ਗੱਲ ਹੈਗੀ ਹੈ ਕਿ ਉਦੋਂ ਚੀਫ ਜਸਟਿਸ ਤੁਹਾਡਾ ਬੰਦਿਆਲ ਸੀ, ਜਿਹੜਾ ਤੁਸੀਂ ਚੀਫ ਜਸਟਿਸ ਦਾ ਜ਼ਿਕਰ ਕਰ ਰਹੇ ਹੋ, ਬੰਦਿਆਲ ਸੀ, ਬੰਦਿਆਲ ਅਮਰਿੰਦਰ ਸੀ, ਕਾਦੀਆਂਡੂ ਸੀ, ਬੰਦਾ ਤੁਹਾਡਾ ਸੀ ਉਹ। ਤੁਸੀਂ ਆਪਣੇ ਗੰਦੇ ਕੱਪੜੇ ਇੱਥੇ ਲਿਆ ਕੇ ਚੌਕ ਦੇ ਧੁੰਦੇ ਪਏ ਹੋ ਸਾਡੇ ਮੁਲਕ ਦੀ ਦੁਸ਼ਮਣੀ ਦੇ ਵਿੱਚ। ਹੁਣ ਤੁਸੀਂ ਇਹ ਗੌਰ ਕਰੋ ਕਿ ਕਦੋਂ ਭਰਤੀ ਹੋਏ ਸੀ। ਇਮਰਾਨ ਖਾਨ ਦੌਰ ਦੇ ਸਾਰੇ ਭਰਤੀ ਹੋਏ। ਇਸ ਗੱਲ ਤੋਂ ਸਮਝ ਲੱਗੇ ਮੈਂ ਕਿਉਂ ਕਹਿ ਰਿਹਾ ਕਿ ਇਹਨਾਂ ਦਾ ਕੰਮ ਹੈ। ਹੁਣ ਤੁਸੀਂ ਇਸ ਗੱਲ ਤੇ ਗੌਰ ਕਰੋ, ਜਦੋਂ ਦਾ ਇਮਰਾਨ ਖਾਨ ਦਾ ਥਾ ਸ਼ਾਪਰਾਂ ਦੇ ਭਰ ਕੇ ਐਸੀ ਜ਼ਮਾਨਤਾਂ ਜਿਹੜੇ ਕਾਨੂੰਨ ਤੇ ਆਇਨ ਦੇ ਮੁਤਾਬਕ ਨਹੀਂ ਬਣਦੀਆਂ ਸੀ, ਐਸੀ ਸੂਰਤਕਾਰੀ ਜਿਹੜੀ ਨਾ ਆਇਨ ਦੇ 'ਚ ਲਿਖੀ ਸੀ ਨਾ ਕਾਨੂੰਨ ਦੇ ਹੀ ਲਿਖੀ ਸੀ। ਕਿਆ ਇਹ ਜੱਜਾਂ ਨੇ ਮੁਜ਼ਾਹਰੇ ਕੀਤੀਆਂ? ਰਿਲੀਫ ਜਦੋਂ ਮੈਨੂੰ ਮਿਲਿਆ ਇਸਲਾਮਾਬਾਦ ਹਾਈ ਕੋਰਟ ਤੋਂ ਮਿਲਿਆ, ਰਿਲੀਫ ਉਹਨੂੰ ਜਦੋਂ ਮਿਲਿਆ ਹਾਈ ਕੋਰਟ ਤੋਂ ਮਿਲਿਆ, ਪੇਸ਼ਾਵਰ ਹਾਈ ਕੋਰਟ ਤੋਂ ਰਿਲੀਫ ਉਹਨੂੰ ਜਦੋਂ ਮਿਲਿਆ ਲਾਹੌਰ ਪੱਟੀ ਦੇ ਕੋਰਟ ਤੋਂ ਮਿਲਿਆ। ਬਾਕੀ ਤਾਂ ਜਿਹੜੇ ਅਸੂਲ ਤੇ ਕਾਨੂੰਨ ਦੇ ਜਿੱਥੇ ਗੱਲ ਹੋਈ ਉੱਥੇ ਗਏ ਹੀ ਨਹੀਂ ਉਹ। ਤੇ ਫਿਰ ਬੰਦੇ ਉਹਨਾਂ ਦੇ ਹੋਏ ਨਾ, ਇਹ ਜੱਜ ਉਹਨਾਂ ਦੇ ਹੋਏ ਨਾ, ਤੇ ਮੁਲਕ ਦੇ ਕੋਲੋਂ ਤਨਖਾਹਾਂ ਲੈ ਕੇ ਮੁਲਕ ਦਾ ਹਲਫ ਆਇਨ ਦੇ ਮੁਤਾਬਕ, ਮੁਲਕ ਦੇ ਆਇਨ ਦੇ ਮੁਤਾਬਕ ਹਲਫ ਚੁੱਕੇ, ਤੇ ਇਹ ਇਮਰਾਨਡੂ ਤੇ ਕਾਦੀਆਂਡੂ ਸਾਡੇ ਮੁਲਕ ਤੇ ਹਮਲੇ ਕਰਦੇ ਫਿਰਦੇ ਨੇ। ਕਿੰਦੀ ਖੁਸ਼ੀ, ਕਿੰਦੀ ਮਤਲਬ ਕਿ ਇਸ਼ਕ ਦੇ ਵਿੱਚ ਉਹ ਜਿਹਦਾ ਨਾਮ ਹਕੀਕੀ ਆਜ਼ਾਦੀ ਰੱਖਿਆ ਨੇ, ਜਿਹੜਾ ਆਪ ਜਿਹਦੇ ਕੋਲ ਨੇੜੇ ਤੇੜੇ ਆਜ਼ਾਦੀ ਨਹੀਂ ਪਟਕ ਕੇ ਲੰਘਦੀ। ਇਸ ਗੱਲ ਤੇ ਵੀ ਗੌਰ ਕਰੋ। 6 ਜੱਜ ਜਿਹੜੇ ਨੇ, 6 ਜੱਜ ਇਹ ਇਸ ਟਾਈਮ ਕੌਮ ਦੇ ਹਾਲਾਤ ਵਿੱਚ ਫਸੇ ਪਏ ਨੇ। ਹਰ ਬੰਦੇ ਦਾ ਤਬਸਰਾ ਸੁਣ ਲਓ, ਇਹਨਾਂ ਉੱਤੇ ਹੋ ਰਿਹਾ।
ਇਹ ਜਿਹੜੇ ਜੱਜ ਹੈਗੇ ਨੇ ਇਹਨਾਂ ਦਾ ਤੁਸੀਂ ਗੌਰ ਕਰੋ, ਇਹ ਕੌਣ ਨੇ, ਕਿੱਥੋਂ ਆਏ ਨੇ, ਇਸ ਗੱਲ ਨੂੰ ਪਹਿਲੇ ਅੰਡਰਸਟੈਂਡ ਕਰੋ ਜੀ। ਤੇ ਫਿਰ ਦੋਸਤੋ ਹੁਣ ਅਸੀਂ ਗੱਲ ਇਹ ਕਰਾਂਗੇ ਕਿ ਵੀ ਇਹ ਖਤ ਲਿਖਿਆ ਕਿੰਨੇ ਹੈ। ਬਾਜ਼ਾਰ ਤੇ ਵੀ ਨਜ਼ਰ ਆ ਰਿਹਾ ਨਾ 6 ਜੱਜਾਂ ਨੇ ਲਿਖਿਆ, ਨਹੀਂ ਇਹ ਜਿਹੜਾ ਲੈਟਰ ਲਿਖਿਆ ਗਿਆ ਨਾ, ਇਹਦੇ ਵਿੱਚ ਹਿੱਸਾ ਕਿਹਨਾਂ ਕਿਹਨਾਂ ਦਾ ਹੈ? ਸਭ ਤੋਂ ਵੱਡਾ ਹਿੱਸਾ ਇਹਦੇ ਵਿੱਚ ਕਾਜ਼ੀ ਫਾਇਜ਼ ਸਾਹਿਬ ਦਾ ਹੈ। ਕਾਜ਼ੀ ਸਾਹਿਬ ਤੁਸੀਂ ਇਸ ਅਦਲੀਆ ਦੇ ਇੰਚਾਰਜ ਹੋ, ਚੀਫ ਜਸਟਿਸ ਆਫ ਪਾਕਿਸਤਾਨ ਹੋ। ਤੁਹਾਡੀ ਮਤਹਿਦ ਅਦਲੀਆ ਦੇ ਵਿੱਚ ਗੈਰ ਆਇਨੀ ਗੈਰ ਕਾਨੂੰਨੀ ਸਹੂਲਤਾਂ ਦਿੱਤੀਆਂ ਗਈਆਂ ਲੋਕਾਂ ਨੂੰ, ਤੁਹਾਡੇ ਕੰਨ ਤੇ ਜੂੰ ਨਹੀਂ ਲਿੰਗੀ। ਤੁਸੀਂ ਖੁਦ ਵੀ ਫੈਸਲੇ ਕਰਨ ਦੇ ਵਿੱਚ, ਮੁਕੰਮਲ ਫੈਸਲਾ ਕਰਨ ਦੇ ਵਿੱਚ ਨਾਕਾਮ ਰਹੇ, ਫਿਰ ਰਹੇ। ਅੱਜ ਤੁਸੀਂ ਥੋੜੇ ਦਿਨ ਪਹਿਲੇ ਸ਼ੌਕਤ ਸਿੱਦੀਕੀ ਦਾ ਫੈਸਲਾ ਲਿਖਿਆ, ਅਧੂਰਾ ਕਿਉਂ ਲਿਖਿਆ? ਜਦੋਂ ਤੁਸੀਂ ਇਹੋ ਜਿਹੇ ਫਨੀਅਰ ਸੱਪਾਂ ਨੂੰ ਪਾਣੀ ਦੁੱਧ ਪਿਆਓਗੇ, ਉਹ ਵੱਡੇ ਹੋਣਗੇ, ਸਪੋਰੀਆਂ ਨੂੰ ਪਾਣੀ ਦੁੱਧ ਪਿਆਓਗੇ, ਵੱਡੇ ਹੋਣਗੇ। ਇੱਕ ਸਾਈਡ ਤੇ ਤੁਸੀਂ ਕਹੋਗੇ ਸਾਡੇ ਦੁਸ਼ਮਣ ਨੇ, ਸਾਨੂੰ ਖਾ ਜਾਣਗੇ, ਮਾਰ ਦੇਣਗੇ, ਡੰਗ ਮਾਰ ਦੇਣਗੇ। ਦੂਸਰੇ ਪਾਸੇ ਮਸਲਸਲ ਤੁਸੀਂ ਉਹਨੂੰ ਦੇਸੀ ਘਿਓ ਦੇ ਤਲ ਕੇ ਮੁਰਗੀਆਂ ਖਵਾਓ। ਤੇ ਉਹ ਤੁਹਾਡੀ ਅਦਲੀਆ ਦੇ ਵਿੱਚ ਨਹੀਂ ਹੁੰਦਾ ਪਿਆ, ਤੁਹਾਡੀ ਅਦਲੀਆ ਦੇ ਅੰਡਰ ਨਹੀਂ, ਤੁਹਾਡੇ ਅੰਡਰ ਨਹੀਂ ਆਉਂਦਾ ਸਾਰਾ ਕੁਝ। ਕਾਜ਼ੀ ਫਾਇਜ਼ ਸਾਹਿਬ ਇਹ ਲੈਟਰ ਐਵੇਂ ਨਹੀਂ ਅਗਲੇ ਨੇ ਲਿਖਤਾ, ਇੰਨੀ ਛੂਟ ਉਹਨਾਂ ਨੂੰ ਮਿਲੀ ਹੈ, ਅਧੂਰੇ ਅਸੀਂ ਫੈਸਲੇ ਕੀਤੇ ਨੇ, ਉਹਨਾਂ ਨੂੰ ਬਿਲਕੁਲ ਖੁੱਲਾ ਰਸਤਾ ਦਿੱਤਾ ਹੈ। ਤੇ ਇਸ ਵਾਸਤੇ ਇਹ ਲੈਟਰ ਆਇਆ ਤਾਂ ਹੋਰ ਲੈਟਰ ਆਉਣਗੇ, ਤਿਆਰੀ ਰੱਖੋ। ਹਾਲੇ ਇੱਕ ਕੋਰਟ ਦੇ ਵਿੱਚ 8 ਹੈਗੇ ਸੀ ਜੱਜ ਟੋਟਲ, ਉਹਨਾਂ 6 ਬੋਲ ਪਏ ਨੇ। ਤੇ ਹਾਲੇ ਪਿਸ਼ਾਵਰ ਹਾਈ ਕੋਰਟ ਤੁਹਾਨੂੰ ਪਤਾ ਉੱਥੇ ਵੀ ਤਾਂ ਮੌਜਾਂ ਲੱਗੀਆਂ ਨਾ, ਕਰੇ ਸਾਰੇ ਦੁਨੀਆ ਤੋਂ ਉੱਠ ਕੇ ਤੇ ਪਿਸ਼ਾਵਰ ਹਾਈ ਕੋਰਟ ਜਾ ਕੇ ਤੇ ਆਪਣਾ ਰਿਲੀਫ ਲੈ ਰਹੇ ਨੇ। ਲਾਹੌਰ ਹਾਈ ਕੋਰਟ ਦੇ ਜੱਜ ਤੁਹਾਡੇ ਥੱਲੇ ਵੀ ਗਏ ਨੇ ਸਾਰੇ, ਇਹ ਬਹੁਤ ਸਾਰੇ। ਉਹਨਾਂ ਨੇ 3 ਸਾਲ 7 ਮਹੀਨੇ ਜਿਹੜੀ ਹੁਕੂਮਤ ਕੀਤੀ ਸੀ, ਤੇ ਉਸ ਤੋਂ ਪਹਿਲੇ ਟ੍ਰੋਲਿੰਗ ਕੀਤੀ ਸੀ, ਉਸ ਤੋਂ ਬਾਅਦ ਜੋ ਕੁਝ ਕਰ ਰਹੇ ਨੇ, ਮਹਿਕਮੇ ਦੇ ਵਿੱਚ ਆਪਣੇ ਬੰਦੇ ਵਾਰਦੇ ਪਏ ਨੇ ਆਪਣੀ ਜ਼ੁਬਾਨ ਬੋਲਣ ਵਾਸਤੇ। ਪਹਿਲੀ ਜ਼ਿੰਮੇਵਾਰੀ ਕਾਜ਼ੀ ਜਨਾਬ ਮੁਹਤਰਮ ਕਾਜ਼ੀ ਫਾਇਜ਼ ਸਾਹਿਬ ਤੇ ਆ ਰਹੀ ਹੈ ਇਸ ਲੈਟਰ ਦੀ। ਹਾਲੇ ਹੋਰ ਲੈਟਰਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਤੇ ਹੀ ਹੈ। ਹੁਣ ਆਇਆ ਦੂਸਰੇ ਅਦਾਰੇ, ਕਾਨੂੰਨ ਨਾਫਿਜ਼ ਕਰਨ ਵਾਲੇ ਅਦਾਰੇ, ਉਹਦੇ ਸਿਵਿਲੀਅਨ ਅਦਾਰੇ ਵੀ ਆਉਂਦੇ ਨੇ, ਉਹਦੇ ਮਿਲਟਰੀ ਅਦਾਰੇ ਵੀ ਆਉਂਦੇ ਨੇ। ਉਹ ਜਿਹੜੇ ਦੁਸ਼ਮਣ ਨੂੰ, ਸਾਰੀ ਦੁਨੀਆ ਕਹਿੰਦੀ ਹੈ ਕਿ ਦੁਸ਼ਮਣ ਜਿਹੜਾ ਗੱਦਾਰ ਹੁੰਦਾ ਹੈ, ਉਹ ਗੱਦਾਰ ਦੀ ਸਜ਼ਾ ਫੌਰੀ ਜਾਰੀ ਕਰਨੀ ਚਾਹੀਦੀ, ਤੇ ਗੱਦਾਰ ਦੀ ਇੱਕੋ ਹੀ ਸਜ਼ਾ ਹੁੰਦੀ ਹੈ। ਜਦ ਕਿ ਪਹਿਲੀ ਦਫਾ ਦੁਨੀਆ ਵੇਖ ਰਹੀ ਹੈ ਕਿ ਗੱਦਾਰ ਸਾਬਿਤਸ਼ੁਦਾ ਗੱਦਾਰ, ਇੱਕ ਦਫਾ ਨਹੀਂ ਬਾਰ ਸਾਬਿਤਸ਼ੁਦਾ ਗੱਦਾਰ, ਉਹਨੂੰ ਬੇਨੋਈ ਬਣਾ ਕੇ ਰੱਖਿਆ ਹੈ। ਇੰਨਾ ਬੰਦੇ ਬੇਨੋਈ ਦੀ ਖਿਦਮਤ ਨਹੀਂ ਕਰਦੇ ਜਿੰਦੀ ਉਹਦੀ ਖਿਦਮਤ ਕਰ ਰਹੇ ਨੇ। ਲਿਹਾਜ਼ਾ ਜ਼ਿੰਮੇਵਾਰੀ ਆ ਰਹੀ ਜਿਹੜੀ ਉਹ ਅਦਾਰਿਆਂ ਤੇ ਆ ਰਹੀ ਹੈ, ਅਦਾਰਿਆਂ ਦੇ ਸਰਬਰਾਹਾਂ ਤੇ ਆ ਰਹੀ ਹੈ, ਤੇ ਖਾਸ ਤੌਰ ਤੇ ਜਿਹੜਾ ਸਾਡੀ ਅਦਲੀਆ ਦੇ ਸਰਬਰਾਹ ਨੇ ਕਾਜ਼ੀ ਫਾਇਜ਼ ਸਾਹਿਬ ਉਹਨਾਂ ਤੇ ਆ ਰਹੀ ਹੈ। ਵਰਨਾ ਅਗਰ ਤੁਸੀਂ ਅਧੂਰਾ ਫੈਸਲਾ ਨਾ ਜਾਰੀ ਕਰਦੇ, ਤੁਸੀਂ ਅਧੂਰੇ ਫੈਸਲੇ ਨਾ ਕਰਦੇ, ਉਹਨਾਂ ਦਾ ਸ਼ੌਕਤ ਸਿੱਦੀਕੀ ਸਾਹਿਬ ਵਾਲਾ ਜਿਹੜਾ ਫੈਸਲਾ ਕੀਤਾ ਸੀ, ਅੱਧਾ ਫੈਸਲਾ ਕਿ ਜੀ ਇਹਨਾਂ ਨੂੰ ਇਨਸਾਫ ਮੁਹੱਈਆ ਨਹੀਂ ਹੋਇਆ, ਤੇ ਇਹ ਤੇ ਬੜੀ ਵੱਡੀ ਲੱਖ ਦੀ ਲਾਹਨਤ ਮਤਲਬ ਕਿ ਪੈ ਗਈ ਅਦਲੀਆ ਦਾ ਮੂੰਹ ਤੇ ਕਿ ਵੀ ਨਹੀਂ ਉਹਨਾਂ ਨੂੰ ਮੁਹੱਈਆ ਹੋਇਆ। ਤੇ ਹੁਣ ਕਰ ਦਿਓ, ਤੁਸੀਂ ਹੁਣ ਕਿਉਂ ਨਹੀਂ ਕੀਤਾ? ਤੁਸੀਂ ਉਹਨਾਂ ਨੂੰ ਇਨਸਾਫ ਪੂਰਾ ਮੁਹੱਈਆ ਕਰਦੇ, ਇਸ ਫੈਜ਼ ਉਮੀਦ ਨੂੰ ਤੇ ਇਸ ਬਾਜਵੇ ਨੂੰ ਬੁਲਾ ਕੇ ਤੇ ਕਟਾਰੀ ਖੜਾ ਕਰਦੇ। ਉਹ ਕੋਈ ਸਰਹੱਦ ਦੇ ਪਰਨੇ ਉਹਨਾਂ ਨੂੰ ਲੱਗੇ, ਉਹ ਕੋਈ ਐਸੇ ਅਨਟੈਚੇਬਲ ਨਹੀਂ ਗਏ। ਅਗਰ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਹੁਣ ਆਵਾਮ ਨੂੰ ਪਤਾ ਲੱਗਦਾ ਕਿ ਕੀ ਹੋ ਰਿਹਾ ਸਾਡੇ ਨਾਲ। ਤੁਸੀਂ ਇੱਕ ਵਾਰੀ ਨੋਟਿਸ ਜਾਰੀ ਕਰਦੇ ਕਿ ਆਓ ਵੀ ਇੱਥੇ ਖਲੋ ਕੇ ਸਾਨੂੰ ਦੱਸੋ। ਤੇ ਅੱਜ ਤੁਸੀਂ ਉਹਨਾਂ ਨੂੰ ਬੁਲਾਇਆ ਹੁੰਦਾ ਤੇ ਇਹਨਾਂ ਨੇ ਕੁਝ ਲੈਟਰ ਨਹੀਂ ਸੀ ਲਿਖਣਾ, ਬਹੁਤ ਸਾਰੇ ਹੋਰ ਕੰਮ ਨੇ ਨਹੀਂ ਸੀ ਕਰਨੇ। ਉਹ ਉਹਨਾਂ ਦੇ ਅੱਬੇ ਨੇ, ਉਹ ਉਹਨਾਂ ਦੇ ਮਸੀਹੇ ਨੇ, ਉਹਨਾਂ ਦੇ ਬਾਰੇ ਤੁਸੀਂ ਦੇਖੋ, ਟ੍ਰੋਲਿੰਗ ਜਿੰਨੀ ਵੀ ਕਰ ਲੈਣ, ਉਹਨਾਂ 2 ਬੰਦਿਆਂ ਦਾ ਨਾਮ ਨਹੀਂ ਲੈਂਦੇ ਹੈ। ਅੱਜ ਨੋਟਿਸ ਜਾਰੀ ਕਰ ਦਿਓ, ਕੱਲ ਵੇਖੋ ਕੀ ਬੰਦਾ ਗੌਰ ਤੇ ਕਰ ਲੋ। ਹੁਣ ਅਸੀਂ ਅਖੀਰ ਤੇ ਇਹ ਗੱਲ ਕਰਨੇ ਆ ਕਿ ਵੀ ਹੁਣ ਕਰਨਾ ਕੀ ਹੈ, ਕਰਨਾ ਸਾਨੂੰ ਕੀ ਚਾਹੀਦਾ। ਸਭ ਤੋਂ ਪਹਿਲੇ ਤੇ ਅਦਾਰਿਆਂ ਨੂੰ ਚਾਹੀਦਾ ਆਪਣੀ ਅਦਲੀਆ ਦੇ ਪਿੱਛੇ ਖਲੋਣ, ਉਹਨੂੰ ਸਪੋਰਟ ਕਰਨ। ਉਸ ਤੋਂ ਬਾਅਦ ਸਭ ਤੋਂ ਪਹਿਲੇ ਇਹ ਫੈਸਲਾ ਕਰੀਏ ਕਿ ਜੀ ਇਹ ਕੌਮੀ ਮੁਜਰਮ ਹੈਗੇ ਨੇ ਕਿ ਨਹੀਂ ਹੈਗੇ, 9 ਮਈ ਹੋਇਆ ਸੀ ਕਿ ਨਹੀਂ ਸੀ ਹੋਇਆ, ਇਹਨਾਂ ਨੇ ਸਾਰੇ ਜੁਰਮ ਕੀਤੇ ਨੇ ਕਿ ਨਹੀਂ ਕੀਤੇ। ਇਹਨੂੰ ਫੈਸਲਾ ਕਰਕੇ ਕੌਮੀ ਤੌਰ ਤੇ ਐਸੀ ਦਾ ਫੈਸਲਾ ਕਰ ਲਈ ਜਿਹੜਾ ਇਹਨਾਂ ਦਾ ਸਹੂਲਤਕਾਰੀ ਕਰੇ। ਉਸ ਕੰਜਰ ਨੂੰ ਪਹਿਲੇ ਲੰਮਾ ਪਾਈਏ, ਜਿੱਥੋਂ ਕੋਈ ਜੱਜਾਂ ਦੀ ਸਹੂਲਤਕਾਰੀ ਕਰ ਦੇਵੇ, ਕੋਈ ਵਕੀਲ ਕਰ ਦੇਵੇ, ਕੋਈ ਬੰਦਾ ਵੀ ਆਵਾਜ਼ ਚੁੱਕੇ ਇਸ ਫਿਤਰੇ ਦੇ ਹੱਕ ਦੇ ਵਿੱਚ, ਪਹਿਲੇ ਨੂੰ ਲੰਮਾ ਪਾਇਆ ਜਾਵੇ। ਇੱਕ ਗੱਲ। ਦੂਸਰੀ ਗੱਲ, ਅਦਲੀਆ ਨੂੰ ਚਾਹੀਦਾ ਕਿ ਸਾਰੇ ਕੰਮ ਛੱਡ ਕੇ ਇਸ ਫਿਤਰੇ ਦੇ ਕੇਸ ਸਾਰੇ ਲਾ ਲਵੇ। ਸਭ ਤੋਂ ਪਹਿਲੇ ਕਟਾਰੇ ਦੇ ਵਿੱਚ 6 ਜੱਜ ਐਲੇ ਖਿਲਾਰੇ ਜਾਣ। ਉਸ ਤੋਂ ਬਾਅਦ ਇਹਨਾਂ ਫੈਸਲਿਆਂ ਇਹਦੇ ਨਾਲ ਜਿਹੜਾ ਸ਼ੌਕਤ ਸਿੱਦੀਕੀ ਵਾਲਾ ਥੋੜੇ ਦਿਨ ਪਹਿਲੇ ਗਲਤੀ ਕੀਤੀ ਜੇ ਅਧੂਰਾ ਫੈਸਲਾ ਕਰਨ ਦੀ, ਉਹਨੂੰ ਵੀ ਰੀਓਪਨ ਕਰੋ, ਕਿਉਂਕਿ ਹੁਣ ਇਹ ਫੈਲ ਗਿਆ, ਦਾ ਦਾਇਰਾ ਫੈਲ ਗਿਆ। ਇਹਨਾਂ ਨੇ ਵੀ ਹਵਾਲਾ ਦਿੱਤਾ ਵਿੱਚੋਂ ਦਾ ਕੇਸ ਦਾ 2023 ਦਾ, ਜਦੋਂ ਜੋ ਕੁਝ ਵੀ ਇਹਨਾਂ ਨੇ ਸਟੋਰੀਆਂ ਲਿਖੀਆਂ ਨੇ ਉਹ ਸਾਰੀ ਖੋਲ ਦਿਓ। ਉਹਦੇ ਵਿੱਚ ਫੈਜ਼ਮੀ ਆਉਂਦਾ, ਬਾਜਵਾ ਆਉਂਦਾ, ਹੁਣ ਵਾਲਾ ਕੋਈ ਆਵੇ, ਜਿਹੜੇ ਵੀ ਆਵੇ ਉਹਨੂੰ ਬੁਲਾ ਲਓ, ਬੁਲਾ ਕੇ ਕਟਾਰੇ ਦੇ ਖੜਾ ਕਰੋ ਤੇ ਇਹ ਜੱਜਾਂ ਨੂੰ ਕੋਈ ਸਬੂਤ ਦਿਓ। ਅਗਰ ਤੁਹਾਡੇ ਕੋਲ ਸਬੂਤ ਨਹੀਂ ਗਾ, ਤੁਸੀਂ ਐਡੀ ਵੱਡੀ ਗੈਰ ਜ਼ਿੰਮੇਦਾਰੀ ਦਾ ਸਬੂਤ ਸਾਰੇ ਬੰਦਿਆਂ ਨੂੰ ਸਸਪੈਂਡ ਕਰਕੇ ਮਰਾਦ ਵਾਪਸ ਲੈ ਕੇ ਸਭ ਕੁਝ ਜੋ ਟਰੱਕਾਂ ਨੇ ਦਾ ਇਸ਼ਰ ਕੀਤਾ ਉਹੀ ਇਹਨਾਂ ਦਾ ਕਰੋ। ਤੇ ਹੋਰ ਵੀ ਕੋਟਾਂ ਕਚਹਿਰੀ ਬੰਦਾ ਭੇਜ ਜਿਹੜੇ ਐਲ ਮਦਨੀ ਦੇ ਬਾਹਰ ਆਵਾਜ਼ ਦਿੰਦੇ, ਉਹਨਾਂ ਨੂੰ ਭੇਜ ਕੇ ਆਵਾਜ਼ ਲਓ
ਕਿਸੇ ਜੱਜ ਦੇ ਪੇਟ ਦੀ ਦਰਦ ਹੋਵੇ, ਕਿਸੇ ਨੂੰ ਕੋਈ ਕੱਲ ਨੂੰ ਕੋਈ ਲੈਟਰ ਆਵੇ, ਕਿਸੇ ਨੂੰ ਕਾਲਾ ਲੈਟਰ ਆਵੇ, ਜਾਂ ਕਿਸੇ ਨੂੰ ਕੋਈ ਐਂਕੀ ਬੈਂਕੀ ਹੁੰਦੀ ਹੈ, ਰਾਤ ਨੂੰ ਉੱਠ ਕੇ ਬੁੱਢੀ ਕੋਈ ਤੰਗ ਤੁੰਗ ਕਰਦੀ ਹੈ ਤੇ ਫੌਰੀ ਰਾਬਤਾ ਕਰ ਲਵੇ। ਹੁਣੇ ਕੱਲ ਨੂੰ ਅਸੀਂ ਮੁਲਕ ਨੂੰ ਚਲਾਉਣਾ ਤੇ ਸਾਡੇ ਰੋੜੇ ਨਾ ਅਟਕਾਏ ਜਾਣ, ਵਰਨਾ ਇਹ ਰੋੜੇ ਅਟਕਦੇ ਰਹਿਣਗੇ। ਨਾ ਇਹਨਾਂ ਨੇ ਬੈਠ ਕੇ ਬੇੜਾ ਕਰ ਕੀਤਾ ਸੀ, ਕੁਛ ਥੱਲੇ ਉਤਰ ਕੇ ਬੇੜਾ ਕਰ ਰਹੇ ਨੇ। ਅਦਲੀਆ ਸਹੀ ਫੈਸਲੇ ਕਰੇ, ਪੂਰੇ ਫੈਸਲੇ ਕਰੇ ਤੇ ਅਦਾਰੇ ਅਦਲੀਆ ਦੇ ਪਿੱਛੇ ਖਲੋਣ। ਇਸ ਤੋਂ ਬਗੈਰ ਮੁਲਕ ਨਹੀਂ ਚੱਲ ਸਕਦਾ। ਅੱਜ 6 ਜੱਜ ਤੋਂ ਨਿਕਲੇ ਨੇ, ਪਰਸੋਂ ਜਨਾਬ ਉਹ ਹਾਈ ਕੋਰਟ ਪਿਸ਼ਾਵਰ ਹਾਈ ਕੋਰਟ ਤੇ ਨਿਕਲਣਗੇ, ਲਾਹੌਰ ਤੋਂ ਨਿਕਲਣਗੇ। ਹਾਲੇ ਤੱਕ ਕਾਜ਼ੀ ਫਾਇਜ਼ ਸਾਹਿਬ ਨੂੰ ਇਹ ਨਹੀਂ ਪਤਾ ਕਿ ਉਹ ਸਾਰੇ ਸੁਪਰੀਮ ਕੋਰਟ ਦੇ ਥੱਲੇ ਬੈਠੇ ਜੱਜ ਉਹ ਵੀ ਸਾਰੇ ਮਦਦ ਨਾਲ ਖਲੋਤੇ। ਅਲੀ ਆਇਸ਼ਾ ਬੈਠੀ, ਕੋਰ 2-3 ਬੈਠੇ ਨੇ ਜਿਹੜੇ ਇਹਨਾਂ ਨੇ ਭਰਤੀ ਕੀਤੇ ਨੇ। ਬਹਰਹਾਲ ਪਾਕਿਸਤਾਨ ਵਾਸਤੇ ਦੁਆ ਕਰੀਏ, ਅੱਲਾਹ ਮੀਆਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਤੇ ਰਹਿਮ ਕਰੇ। ਇਹਨਾਂ ਰੋਜ਼ਾਂ ਹੀ ਚ ਨਾ ਸਾਰੇ ਦੁਆ ਮੰਗੀਏ ਕਿ ਅੱਲਾਹ ਮੀਆਂ ਪਾਕਿਸਤਾਨ ਤੇ ਰਹਿਮ ਕਰੇ। ਦੁਆਵਾਂ ਯਾਦ ਰੱਖਣਾ ਤੇ ਸੁੱਖੀਆਂ ਗੱਲਾਂ ਜੇ ਆਪਾਂ ਕਰਦੇ ਰਹਾਂਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ। ਅੱਲਾਹ ਹਾਫਿਜ਼।